ਧੰਨ ਵਾਹਿਗੁਰੂ ਸਾਹਿਬ ਜੀ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਵਿੱਚ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਅਤੀ ਵਡਭਾਗੇ ਹੋ ਜੋ ਕਿ ਨਿਤ ਕਰਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਪਿਛਲੇ ਦਿਨਾਂ ਤੋਂ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਹੁਣੇ ਆਪ ਜੀ ਨੇ ਆਨੰਦ ਸਾਹਿਬ ਦੀ 17ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੈ, ਉਹਦਾ ਇੱਕ ਮੂਲ ਹੈ, ਤੇ ਜਦੋਂ ਉਹ ਆਪਣੇ ਮੂਲ ਦੇ ਨਾਲੋਂ ਟੁੱਟ ਜਾਂਦੀ ਹੈ ਤੇ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜੀਵ ਪੈਦਾ ਹੋਏ, ਅਸੀਂ ਪੈਦਾ ਹੋਏ ਹਾਂ। ਸਾਡਾ ਮੂਲ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੇ ਜਿਸ ਵੇਲੇ ਅਸੀਂ ਉਹਨੂੰ ਭੁਲਾ ਦਿੰਦੇ ਹਾਂ ਤੇ ਸਾਡੇ ਅੰਦਰ ਔਗਣਾਂ ਦੀ ਭਰਮਾਰ ਹੋ ਜਾਂਦੀ ਤੇ ਗੁਣ ਘਟਦੇ ਜਾਂਦੇ ਆ। ਔਗਣ ਹੀ ਔਗਣ ਜੀਵਨ ਦੇ ਵਿੱਚ ਭਰ ਜਾਂਦੇ ਜਦੋਂ ਅਸੀਂ ਮੂਲ ਦੇ ਨਾਲੋਂ ਟੁੱਟ ਜਾਂਦੇ। ਮੂਲ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਇੰਨੇ ਔਗਣ ਜੀਵਨ ਦੇ ਵਿੱਚ ਬਣ ਜਾਂਦੇ, ਉਹਨਾਂ ਦੀ ਮੈਲ ਜਿਹੜੀ ਹੈ ਅੰਦਰ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਪਵਿੱਤਰ ਹੋਣ ਦੇ ਬੜੇ ਤਰੀਕੇ ਇਸ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਲੋਕਾਂ ਨੇ ਦੱਸੇ ਕਿ ਤੂੰ ਪਵਿੱਤਰ ਹੋ ਜਾਏਗਾ, ਫਲਾਣੇ ਤੀਰਥ ਦੇ ਉੱਪਰ ਇਸ਼ਨਾਨ ਕਰੋ, ਫਲਾਨੀ ਜਗ੍ਹਾ ਚਲੇ ਜਾਓ, ਜੰਗਲ ਵਿੱਚ ਚਲੇ ਜਾਓ, ਤੁਸੀਂ ਪਵਿੱਤਰ ਹੋ ਜਾਓ। ਸਤਿਗੁਰੂ ਜੀ ਨੇ ਬੜਾ ਸੋਹਣਾ ਫੈਸਲਾ ਦਿੱਤਾ। ਕਹਿੰਦੇ ਭਾਈ ਪਵਿੱਤਰ ਹੈ ਕੌਣ? ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਉਹ ਜੀਵਨ ਦੇ ਵਿੱਚੋਂ ਅੰਦਰੋਂ ਪਵਿੱਤਰ ਹੋ ਜਾਂਦੇ ਆ, ਵਿਕਾਰਾਂ ਤੋਂ ਰਹਿਤ ਹੋ ਜਾਂਦੇ ਆ, ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ ਕੀਤਾ, ਉਹਨੂੰ ਸਿਮਰਿਆ ਹੈ। ਦੁਨੀਆ ਦੇ ਵਿੱਚ ਐਸਾ ਕੋਈ ਵੀ ਪਾਣੀ ਨਹੀਂ ਬਣਿਆ ਕਿ ਤੀਰਥਾਂ 'ਤੇ ਜਾ ਕੇ ਅੰਦਰਲੀ ਮੈਲ ਧੋਤੀ ਜਾਏ ਕਿ ਅਸੀਂ ਪਵਿੱਤਰ ਹੋ ਜਾਵਾਂਗੇ। ਵੱਖਰੀ ਗੱਲ ਹੈ ਕਿ ਅਸੀਂ ਕੱਪੜੇ ਪਾ ਕੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਾਂ, ਪਰ ਅੰਦਰ ਵਿਕਾਰ ਜਿਹੜੇ ਆ, ਦੋ ਤਰ੍ਹਾਂ ਦੇ ਬੰਧਨ ਹੁੰਦੇ, ਇੱਕ ਮਨ ਦੇ ਬੰਧਨ ਤੇ ਇੱਕ ਤਨ ਦੇ ਬੰਧਨ। ਜਿਹੜੇ ਸਰੀਰ ਦੇ ਬੰਧਨ ਘੱਟ ਲੋਕਾਂ ਨੂੰ ਪੈਂਦੇ ਆ। ਜਦੋਂ ਕੋਈ ਉਹ ਗੁਨਾਹ ਕਰਦੇ ਆ, ਅਪਰਾਧ ਕਰਦੇ ਆ, ਹੱਥ ਕੜੀਆਂ ਲੱਗਦੀਆਂ, ਉਹਨਾਂ ਨੂੰ ਕੈਦ ਹੁੰਦੀ ਹੈ।
ਪਰ ਮਨ ਦੇ ਬੰਧਨ ਹਰੇਕ ਨੂੰ ਪੈ ਜਾਂਦੇ, ਕਿਸੇ ਨਾ ਕਿਸੇ ਵਿਕਾਰ ਦੇ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਮਨੁੱਖ ਉਸ ਬੰਧਨਾਂ ਦੇ ਵਿੱਚ ਬੱਝਿਆ ਰਹਿੰਦਾ, ਤੇ ਉਹ ਮੈਲ ਅੰਦਰ ਇਕੱਠੀ ਹੁੰਦੀ ਹੈ। ਤੇ ਕਿਸੇ ਨੇ ਕਹਿ ਦਿੱਤਾ, ਭਾਈ ਤੂੰ ਤੀਰਥਾਂ ਦੇ ਇਸ਼ਨਾਨ ਕਰੇਗਾ, ਤੈਨੂੰ ਨਹਾਉਣ ਦੇ ਨਾਲ ਪਵਿੱਤਰਤਾ ਮਿਲ ਜਾਏਗੀ। ਸਤਿਗੁਰੂ ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਹਾਂ, ਲੋਕੀ ਤਾਂ ਖੁਸ਼ ਹੋ ਜਾਣਗੇ, ਭਾਈ ਇਹ ਤੀਰਥਾਂ ਦੇ ਇਸ਼ਨਾਨ ਕਰਦਾ ਹੈ, ਤੇ ਪਰ ਨਾਲ ਸਤਿਗੁਰ ਕਹਿ ਰਿਹਾ ਲੋਕ ਪਤੀਨੇ ਕਛੂ ਨਾ ਹੋਈਏ, ਨਾ ਹੀ ਰਾਮ ਇਆਨਾ। ਰੱਬ ਬੱਚਾ ਨਹੀਂ ਹੈ। ਕਰਨਾ ਕੀ ਕਹਿੰਦੇ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਬੜਾ ਸੌਖੇ ਤਰੀਕੇ ਨਾਲ ਗੁਰੂ ਸਾਹਿਬ ਨੇ ਸਮਝਾਇਆ ਵੀ ਤੈਨੂੰ ਨਹਾਉਣ ਦੇ ਨਾਲ ਮੁਕਤੀ ਨਹੀਂ ਪ੍ਰਾਪਤ ਹੋਣੀ। ਰੋਜ਼ ਆਪਜੀ ਜਪਜੀ ਸਾਹਿਬ ਪੜ੍ਹਦੇ ਹੋ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ। ਪਰ ਜਦੋਂ ਅੰਦਰਲੀ ਗੱਲ ਆਈ ਨਾ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇਰਾ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਧੋਤਾ ਜਾਣਾ ਹੈ। ਜਿੱਥੇ ਅਸੀਂ ਬੈਠੇ ਹਾਂ, ਇਹ ਅਸੀਂ ਧੋਣ ਵਾਸਤੇ ਹੀ ਬੈਠੇ ਹਾਂ। ਇੱਥੋਂ ਜਾਂਚ ਸਤਿਗੁਰ ਨੇ ਦੇਣੀ ਹੈ। ਗੁਰਦੁਆਰੇ ਆਉਣ ਦਾ ਭਾਵ ਹੀ ਇਹੀ ਹੈ। ਸਤਿਗੁਰੂ ਜੀ ਦਾ ਸ਼ਬਦ ਹੈ, ਗੁਰੂ ਨਾਨਕ ਸਾਹਿਬ ਜੀ ਦਾ, ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਭਾਵ ਉਹ ਹਿਰਦਾ ਚੰਗਾ ਹੈ ਜਿਹੜਾ ਪ੍ਰਮਾਤਮਾ ਨੂੰ ਭਾ ਜਾਂਦਾ ਹੈ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਨ, ਹਿਰਦਾ ਬੜਾ ਵਿਕਾਰਾਂ ਨਾਲ ਗੰਦਾ ਹੋਇਆ ਹੋਵੇ ਤੇ ਬਾਹਰ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਉਹ ਪਵਿੱਤਰ ਨਹੀਂ ਹੋ ਸਕਦਾ। ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ। ਵੀ ਸਤਿਗੁਰੂ ਜੀ ਤੁਸੀਂ ਦੱਸੋ ਇਹ ਕਿੱਦਾਂ ਪਵਿੱਤਰ ਹੋ ਸਕਦਾ? ਸਾਹਿਬ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਇਸ ਦਰ ਤੇ ਆ ਕੇ ਜਿਸ ਵੇਲੇ ਸਤਿਗੁਰੂ ਦੀ ਬਾਣੀ ਨਾਲ ਜੁੜੇਗਾ ਤੇ ਤੈਨੂੰ ਫਿਰ ਇਸ ਨੂੰ ਪਵਿੱਤਰ ਕਰਨ ਦੀ ਜਾਚ ਆ ਜਾਏਗੀ। ਮਤਾਂ ਕੋਈ ਮੇਰੇ ਵਰਗਾ ਸੋਚ ਲੈ ਕਿ ਮੈਂ ਗੁਰਦੁਆਰਾ ਸਾਹਿਬ ਆ ਰਿਹਾ, 20 ਸਾਲ ਤੋਂ ਆ ਰਿਹਾ, 50 ਸਾਲ ਤੋਂ, ਮੈਂ ਤਾਂ ਪਵਿੱਤਰ ਹਾਂ। ਇਹ ਸਰਟੀਫਿਕੇਟ ਲੋਕੀ ਦੇ ਸਕਦੇ ਆ ਵੀ ਤੂੰ ਗੁਰਮੁਖ ਹੈ, ਤੂੰ ਫਲਾਣਾ ਹੈ। ਪਰ ਸਤਿਗੁਰੂ ਕਹਿੰਦੇ ਮੈਲੇ ਅੱਛੇ ਕੀ ਵਿਚਾਰ ਆਪ ਵਰਤਾਏ ਸੀ। ਇਹ ਸਤਿਗੁਰੂ ਨੇ ਦੱਸਣਾ। ਅਸੀਂ ਤਾਂ ਤਾਰੀਫਾਂ ਕਰ ਦਿੰਦੇ ਹਾਂ ਵੀ ਭਾਈ ਇਹ ਤਾਂ ਬਹੁਤ ਗੁਰਮੁਖ ਹੈ। ਇਹ ਤਾਂ ਸਤਿਗੁਰੂ ਨੇ ਦੱਸਣਾ। ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਆ ਹੋਏ ਸੀ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ, ਬਾਜਾ ਵਾਏ ਸੀ, ਮਾਨਸ ਕਿਆ ਵਿਚਾਰਾ, ਤਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸਤਿਗੁਰੂ ਤਾਂ ਫੈਸਲਾ ਦਿੱਤਾ, ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕਹਿ ਨਾਏ ਕਰੀ। ਮੇਰੇ ਗੁਰੂ ਨੂੰ ਭਾਉਂਦਾ ਹੀ ਨਹੀਂ ਹੈ। ਤੀਰਥ ਜਾਓ ਤਾਂ ਹਾਂ ਕਰਤੇ, ਪੰਡਤ ਪੁੱਛੋ ਤੋ ਮਾਇਆ ਰਾਤੇ। ਸਾਹਿਬ ਮਹਾਰਾਜ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਦਰੋਂ ਕਹਿੰਦੇ ਪਵਿੱਤਰ, ਬਾਹਰੋਂ ਤਾਂ ਪਵਿੱਤਰ ਹੋ ਗਏ ਅਸੀਂ। ਪਰ ਦੇਖੋ ਮਨੁੱਖ ਦਾ ਜਿਹੜਾ ਸਰੀਰ ਹੈ, ਅਸੀਂ ਬਹੁਤ ਮਾਣ ਕਰਦੇ ਹਾਂ। ਅਸੀਂ ਆਪ ਹੀ ਇਹ ਧਾਰਨਾ ਬਣਾਈ ਹੈ ਕਿ ਅਸੀਂ 84 ਲੱਖ ਜੂਨਾਂ ਦੇ ਸਰਦਾਰ ਹਾਂ। ਅਸੀਂ ਆਪੇ ਧਾਰਨਾ ਬਣਾ ਕੇ ਬੈਠੇ ਹਾਂ। ਸਾਡੇ ਨਾਲੋਂ ਉਹ ਜਾਨਵਰ ਚੰਗੇ ਆ। ਕਦੇ ਬਾਰਿਸ਼ ਆ ਜਾਏ ਜਾਂ ਜਿਨ੍ਹਾਂ ਨੇ ਰੱਖੇ ਹੁੰਦੇ ਆ ਉਹ ਇਸ਼ਨਾਨ ਕਰਾ ਦਿੰਦੇ ਆ। ਅਸੀਂ ਤਾਂ ਇੱਕ ਟਾਈਮ ਨਾ ਨਹਾਈਏ, 2 ਟਾਈਮ ਨਾ ਨਹਾਈਏ, ਸਰੀਰ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ। ਸਾਡਾ ਕਿੰਨਾ ਭੈੜਾ ਸਰੀਰ ਹੈ। ਫਿਰ ਅਸੀਂ ਉਹਦਾ ਮਾਣ ਕਰ ਰਹੇ ਹਾਂ, ਉਹਦਾ ਅਸੀਂ ਮਾਣ ਕਰਦੇ ਹਾਂ। ਸਤਿਗੁਰੂ ਕਹਿੰਦੇ ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇ, ਸੋਚ ਕਰੇ ਦਿਨ ਅਰ ਰਾਤ, ਦਿਨ ਰਾਤ ਨਹਾਉਂਦਾ ਫਿਰਦਾ ਹੈ। ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਵੋ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ, ਜਲ ਧੋਵੇ ਬੋ ਦੇ ਅਨੀਤ, ਸੁਧ ਕਾਂ ਹੋਏ ਕਾਚੀ ਪੀਤ। ਸਾਹਿਬ ਕਹਿੰਦੇ ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁਮੂਚ। ਸਤਿਗੁਰੂ ਫੈਸਲਾ ਦੱਸ ਰਿਹਾ। ਆਪ ਵੀ ਗੁਰੂ ਸਾਹਿਬ ਗਏ, ਜਿਸ ਵੇਲੇ ਗੁਰੂ ਨਹੀਂ ਬਣੇ, ਬਾਬਾ ਅਮਰਦਾਸ ਦੇ ਰੂਪ ਦੇ ਵਿੱਚ ਜਾਂਦੇ ਰਹੇ, ਪਰ ਸਾਨੂੰ ਦੱਸ ਦਿੱਤਾ, ਕਹਿੰਦੇ ਭਾਈ ਮਨ ਦੇ ਧੋਣਾ ਨਾ, ਪਵਿੱਤਰ ਕਰਨਾ ਤੇ ਸ਼ਬਦ ਨਾਲ ਹੋਏਗਾ, ਪਾਣੀ ਨਾਲ ਨਹੀਂ ਹੋਏਗਾ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਪਵਿੱਤਰਤਾ ਤਾਂ ਆਏਗੀ।
ਕਹਿੰਦੇ ਕੌਣ ਪਵਿੱਤਰ ਹੋਇਆ? ਸਾਹਿਬ ਕਹਿੰਦੇ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਹਰੀ ਨੂੰ, ਪਰਮਾਤਮਾ ਨੂੰ ਧਿਆਉਣਾ ਕੀਤਾ ਹੈ, ਉਹ ਜੀਵਨ ਦੇ ਵਿੱਚ ਪਵਿੱਤਰ ਹੋਏ ਆ। ਇਹ ਔਗਣਾਂ ਦੀ ਮੈਲ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਵੱਧਦੀ ਗਈ ਤੇ ਗੁਣ ਖਤਮ ਹੋ ਗਏ। ਕਿਉਂ ਹੋਏ? ਹਰ ਵਿਸਰਤ ਤੇਰੇ ਗੁਣ ਗਲਿਆ, ਗੁਣ ਗਲ ਗਏ, ਖਤਮ ਹੋ ਗਏ, ਕਿਉਂਕਿ ਉਹਨੂੰ ਭੁਲਾ ਦਿੱਤਾ। ਆਪ ਜੀ ਨੇ ਇੱਕ ਸ਼ਬਦ ਕੱਲ ਸਰਵਣ ਕੀਤਾ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ। ਉਹਨੂੰ ਭੁਲਾਉਣ ਦੇ ਨਾਲ ਹੀ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਗਈਆਂ। ਉਹਦਾ ਮੂਲ ਤੋਂ ਅਸੀਂ ਵਿਛੜ ਗਏ। ਸਾਹਿਬ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਉਹ ਦੂਰ ਨਹੀਂ ਹੈ, ਤੇਰੇ ਨਾਲ ਹੈ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਨੇ ਸਮਝਾਇਆ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਕੀ ਹੋਏਗਾ? ਦੁੱਖ ਸਭ ਵਿਸਾਰ। ਮਨ ਹੀ ਪੁੱਛਦਾ ਨਾ ਕੀ ਹੋਏਗਾ, ਮੇਰਾ ਬਣੇਗਾ ਕੀ? ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ। ਉਹ ਕਿਉਂ ਕਰੇਗਾ? ਕਿਉਂਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ। ਪਵਿੱਤਰ ਹੋਏਗਾ, ਗੁਰੂ ਸਾਹਿਬ ਕਹਿੰਦੇ ਗਰੰਟੀ ਹੈ ਪਵਿੱਤਰ ਹੋ ਸਕਦਾ ਹੈ। ਕਦੋਂ ਹੋਏਗਾ? ਤੇ ਕਿਉਂਕਿ ਗੁਰੂ ਦੀ ਜਦੋਂ ਨਜ਼ਰ ਪੈਂਦੀ ਹੈ ਨਾ, ਗੁਰੂ ਸਾਹਿਬ ਮਹਾਰਾਜ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾ ਰਹੇ ਆ, ਬੱਚਾ ਚੁੱਕ ਕੇ ਲਿਆਂਦਾ ਸਿੱਖਾਂ ਨੇ। ਗੁਰੂ ਮਹਾਰਾਜ ਜੀ ਬੜਾ ਕੁਥਰਾ ਹੈ, ਕਹਿੰਦੇ ਕੁਥਰਾ ਨਹੀਂ ਇਹ ਸੁਥਰਾ ਹੈ। ਤੇ ਜਿਹੜਾ ਗੁਰੂ ਦੀ ਨਜ਼ਰ ਵਿੱਚ ਆ ਗਿਆ ਉਹਨੂੰ ਸੁਥਰਾ ਕਰ ਦਿੰਦੇ ਆ, ਉਹਨੂੰ ਪਵਿੱਤਰ ਕਰ ਦਿੰਦੇ ਆ। ਬਾਹਰੋਂ ਵੀ ਕਰ ਦਿੱਤਾ, ਅੰਦਰੋਂ ਵੀ ਪਵਿੱਤਰ ਕਰ ਦਿੱਤਾ। ਉਹ ਕਿਉਂਕਿ ਸ਼ਕਲਾਂ ਨਹੀਂ ਦੇਖਦਾ, ਉਹ ਦੇਖਦਾ ਸਾਡਾ ਹਿਰਦਾ ਦੇਖਦਾ, ਉਹ ਅੰਦਰ ਦੇਖਦਾ। ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸਾਹਿਬ ਕਹਿੰਦੇ ਉਹੀ ਪਵਿੱਤਰ ਹੋਏ ਆ ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ ਹੈ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖ ਕੇ, ਗੁਰੂ ਨੂੰ ਮੁੱਖ ਰੱਖ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ, ਉਹ ਪਵਿੱਤਰ ਹੋ ਗਏ ਹਨ। ਗੁਰੂ ਸਾਹਿਬ ਕਹਿੰਦੇ ਦੇਖੋ ਕਿੰਨੀ ਬਰਕਤ ਹੈ। ਜਦੋਂ ਉਹ ਪਵਿੱਤਰ ਹੋ ਗਏ, ਜਿਹੜੇ ਉਹਨਾਂ ਦੇ ਸੰਗ ਕਰਦੇ ਸੀ ਉਹ ਵੀ ਪਵਿੱਤਰ ਹੋ ਗਏ। ਪਵਿੱਤ ਮਾਤਾ ਪਿਤਾ ਕੁਟੰਬ ਸਹਿਸਿਓ, ਪਵਿੱਤ ਸੰਗਤ ਸਵਾਈਆ। ਮਾਂ ਬਾਪ ਵੀ, ਰਿਸ਼ਤੇਦਾਰ ਵੀ, ਤੇ ਜਿਹੜਾ ਦੇ ਨਾਲ ਬਹਿੰਦਾ ਸੀ, ਸੰਗਤ ਕਰਦਾ ਸੀ, ਉਹ ਵੀ ਪਵਿੱਤਰ ਹੋ ਗਏ। ਕਹਿੰਦੇ ਸੀ ਨਾ ਮਹਿਤਾ ਕਲਿਆਣ ਦਾਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬੜੀ ਦੇਰ ਬਾਅਦ ਸਮਝ ਆ ਗਈ। ਕਹਿਣ ਲੱਗੇ, ਉਹ ਫਿਰ ਉਸ ਵੇਲੇ ਤਾਂ ਇਹੀ ਕਿਹਾ, ਕਹਿਣ ਲੱਗੇ ਪਾਤਸ਼ਾਹ ਮੈਂ ਸਮਝ ਨਹੀਂ ਸਕਿਆ, ਤੁਸੀਂ ਦੱਸ ਦਿੰਦੇ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਸਮਾਂ ਆਉਂਦਾ ਹੈ, ਜਦੋਂ ਪਰਮਾਤਮਾ ਕਿਰਪਾ ਕਰਦਾ, ਉਹ ਵੀ ਸਤਿਗੁਰ ਨੇ ਦੱਸਤਾ, ਗ੍ਰਸਤੀ ਬਣ ਕੇ ਵੀ ਇਹ ਵੀ ਦੱਸ ਦਿੱਤਾ, ਵੀ ਮਾਂ ਬਾਪ ਦਾ ਦਰਜਾ ਵੀ ਦੱਸ ਦਿੱਤਾ। ਪਰ ਜਿੱਦਣ ਬੇਬੇ ਨਾਨਕੀ ਤਾਂ ਸਤਿਗੁਰੂ ਮਹਾਰਾਜ ਨੂੰ ਪਹਿਚਾਣਿਆ, ਉਹਨੇ ਵੀਰ ਨਹੀਂ ਸਮਝਿਆ, ਉਹਨੇ ਤਾਂ ਪੀਰ ਸਮਝਿਆ। ਤੇ ਜੇ ਉਹ ਜੁੜ ਗਏ ਤੇ ਉਹਨਾਂ ਦੀ ਕਿਰਪਾ ਹੋ ਗਈ। ਦੋ ਚੀਜ਼ਾਂ ਹੁੰਦੀਆਂ, ਇੱਕ ਹੈ ਗੁਰੂ ਦੀ ਜਿਹੜੀ ਹੈ ਸ਼ਰਨ, ਗੁਰੂ ਦੀ ਗੁਰੂ ਪ੍ਰਸਾਦ ਜਿਹੜਾ ਹੈ, ਗੁਰੂ ਦੀ ਕਿਰਪਾ। ਇੱਕ ਹੈ ਭਗਤੀ। ਭਗਤੀ ਵੀ ਉਦਣ ਲਾਭਦਾਇਕ ਹੋਏਗੀ, ਉਦਣ ਸਫਲ ਹੋਏਗੀ ਜਿੱਦਣ ਗੁਰਪ੍ਰਸਾਦ ਮਿਲੇਗਾ। ਪਰਮਾਤਮਾ ਵੀ ਉਦਣ ਮਿਲੇਗਾ ਜਿੱਦਣ ਗੁਰਪ੍ਰਸਾਦ। ਆਪਾਂ ਮੂਲ ਮੰਤਰ ਵਿੱਚ ਪੜ੍ਹਦੇ ਹਾਂ, ਗੁਰਪ੍ਰਸਾਦ ਤੋਂ ਬਿਨਾਂ ਨਹੀਂ। ਭਗਤੀ ਤਾਂ ਬਾਬਾ ਸ਼੍ਰੀ ਚੰਦ ਨੇ ਵੀ ਕੀਤੀ ਹੈ, ਪਰ ਗੁਰਪ੍ਰਸਾਦ ਨਹੀਂ ਲੈ ਸਕੇ। ਭਗਤੀ ਤਾਂ ਦਾਤੂ ਜੀ ਨੇ ਵੀ ਕੀਤੀ ਹੈ, ਬਾਬਾ ਮੋਹਨ ਜੀ ਨੇ ਵੀ ਕੀਤੀ ਹੈ, ਬਾਬਾ ਮਿਹਰਬਾਨ ਨੇ ਵੀ ਕੀਤੀ ਹੈ, ਬਾਬਾ ਰਾਮ ਰਾਏ ਨੇ ਵੀ ਕੀਤੀ ਹੈ ਭਗਤੀ, ਪਰ ਗੁਰਪ੍ਰਸਾਦ ਤੋਂ ਵਾਂਝੇ ਰਹਿ ਗਏ। ਜਿਹਨੂੰ ਗੁਰਪ੍ਰਸਾਦ ਮਿਲ ਗਿਆ ਤੇ ਉਹਦੇ ਉੱਪਰ ਪਰਮਾਤਮਾ ਦੀ ਕਿਰਪਾ ਬਣ ਗਈ। ਸਤਿਗੁਰੂ ਕਹਿੰਦੇ ਜਿੱਦਣ ਉਹ ਰਹਿਮਤ ਕਰਦਾ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈ। ਗੁਰੂ ਸਾਹਿਬ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਉਹਨਾਂ ਦਾ ਬਚਪਨ ਦਾ ਇੱਕ ਮਿੱਤਰ ਸੀ, ਪਿੰਡ ਦਾ ਚੌਧਰੀ, ਆ ਕੇ ਬਹਿ ਗਿਆ, ਮੰਜੇ ਦੇ ਬਰਾਬਰ ਗੁਰੂ ਸਾਹਿਬ ਦੇ ਬਹਿ ਗਿਆ। ਸਤਿਗੁਰ ਦੇ ਆਸਣ ਦੇ ਬਰਾਬਰ। ਸੰਗਤਾਂ ਨੂੰ, ਸਿੱਖਾਂ ਨੂੰ ਬੜਾ ਮਨ ਦੇ ਵਿੱਚ ਆਇਆ ਵੀ ਇਹ ਗੁਰੂ ਸਾਹਿਬ ਮਹਾਰਾਜ ਦੇ ਬਰਾਬਰ ਬੈਠਾ ਹੈ। ਸਿੱਖਾਂ ਨੇ ਘੂਰਿਆ ਵੀ ਉਹਨੂੰ। ਫਿਰ ਕਹਿੰਦਾ ਇਹ ਤਾਂ ਮੇਰੇ ਬਚਪਨ ਦਾ ਦੋਸਤ ਹੈ, ਕਿਉਂਕਿ ਮਾਂ-ਬਾਪ ਸਮਝਦੇ ਬੱਚਾ ਹੈ, ਰਿਸ਼ਤੇਦਾਰ ਸਮਝਦੇ ਵੀ ਸਾਡਾ ਤਾਂ ਰਿਸ਼ਤੇਦਾਰ ਹੈ, ਤੇ ਉਹ ਜਿਹੜੇ ਦੋਸਤ ਮਿੱਤਰ ਹੁੰਦੇ ਆ ਤੇ ਉਹੀ ਸਮਝਦੇ ਆ ਵੀ ਇਹ ਤਾਂ ਸਾਡੇ ਨਾਲ ਹੀ ਖੇਡਦਾ ਸੀ। ਗੁਰੂ ਸਾਹਿਬ ਜੀ ਨੇ ਫਿਰ ਸਮਝਾਇਆ, ਸਾਨੂੰ ਵੀ ਸਮਝਾ ਦਿੱਤਾ, ਕਹਿੰਦੇ ਸੋ ਸਿੱਖ ਸਖਾ
ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਉਹ ਪਵਿੱਤਰ ਹੋਏ ਆ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਉਣਾ ਕੀਤਾ। ਪਿਛਲੀ ਪੌੜੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਸ਼ਬਦ ਸੀ ਇਹ ਸੁਹੇਲਾ ਸ਼ਬਦ ਸੁਹਾਵਾ। ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ। ਇਹ ਸ਼ਬਦ ਕਿਹਦੇ ਮਨ ਵਿੱਚ ਵਸਦਾ? ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆ। ਤੇ ਇੱਥੇ ਸਾਹਿਬ ਮਹਾਰਾਜ ਕਹਿੰਦੇ ਭਾਈ ਸੇ ਪਵਿੱਤ ਜਿਨੀ ਮਨ ਵਸਾਇਆ। ਉਹ ਵਿਕਾਰਾਂ ਤੋਂ ਅਛੋ ਹੋ ਗਏ, ਅੰਦਰ ਆਤਮਾ ਉਹਨਾਂ ਦੀ ਪਵਿੱਤਰ ਹੋ ਗਈ। ਇਤਿਹਾਸ ਦੇ ਵਿੱਚ ਇੱਕ ਬੀਬੀ ਦਾ ਜ਼ਿਕਰ ਆਇਆ, ਬੀਬੀ ਮਹਿਤਾਬ ਕੌਰ। ਬਚਪਨ ਦੇ ਵਿੱਚ ਬਹੁਤ ਜਲਦੀ ਸ਼ਾਦੀ ਹੋ ਜਾਂਦੀ ਸੀ, ਬਹੁਤ ਜਲਦੀ ਸ਼ਾਦੀ ਕਰ ਦਿੱਤੀ। ਤੇ ਕਹਿੰਦੇ ਹਨ ਸਮਾਂ ਆਇਆ, ਰੱਬ ਨੂੰ ਹੋਰ ਕੁਝ ਮਨਜ਼ੂਰ ਸੀ। ਉਹ ਬੱਚੀ ਜਿਹੜੀ ਸੁਹਾਗ ਬੰਤੀ ਬਣ ਕੇ ਗਈ ਸੀ, ਵਿਧਵਾ ਬਣ ਕੇ ਵਾਪਸ ਆ ਗਈ। ਫਿਰ ਉਸਨੇ ਕੀ ਕੀਤਾ, ਰਾਹ ਦੇ ਉੱਪਰ ਜਿਹੜੇ ਰਾਹੀ ਜਾਂਦੇ ਹੁੰਦੇ ਸਨ ਉਹਨਾਂ ਨੂੰ ਜਲ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਪਾਣੀ ਪਿਲਾਉਂਦੀ ਹੈ। ਉੱਥੇ ਕਹਿੰਦੇ ਹਨ ਇੱਕ ਬਹੁਤ ਵੱਡਾ ਸ਼ਾਹੂਕਾਰ ਸੀ, ਸ਼ਿਬੂ ਮਲ ਕਰਕੇ ਉਹਦਾ ਨਾਮ ਸੀ। ਉਹਨੇ ਪਾਣੀ ਪੀਤਾ, ਉਹਦੇ ਕੱਪੜੇ ਦੇਖ ਕੇ ਮੈਲੇ ਕੁਚੈਲੇ ਆ। ਤੇ ਪਰ ਜਿਸ ਵੇਲੇ ਉਹਦੇ ਚਿਹਰੇ ਨੂੰ ਦੇਖਦਾ ਹੈ ਵੀ ਇਹ ਬਹੁਤ ਵੱਡੇ ਘਰ ਦੀ ਲੱਗਦੀ ਹੈ, ਪਰ ਗਰੀਬੀ ਦੀ ਹਾਲਤ ਸੀ। ਉਸਨੇ ਦੁੱਖ ਸੁੱਖ ਸਾਂਝਾ ਕੀਤਾ ਤੇ ਉਹਨੇ ਆਖਿਆ ਕਿ ਮੈਂ ਤੇਰੇ ਨਾਲ ਵਿਆਹ ਕਰਨ ਵਾਸਤੇ ਤਿਆਰ। ਉਹਨੇ ਦੱਸਿਆ ਵੀ ਮੇਰਾ ਵਿਆਹ ਹੋਇਆ ਸੀ, ਮੇਰਾ ਪਤੀ ਚੜ੍ਹਾਈ ਕਰ ਗਿਆ। ਉਹ ਸ਼ਿਬੂ ਮਲ ਸਾਹੂਕਾਰ ਜਿਹੜਾ ਸੀ ਕਹਿਣ ਲੱਗਾ ਮੈਂ ਤੇਰੇ ਨਾਲ ਵਿਆਹ ਕਰਨ ਵਾਸਤੇ ਤਿਆਰ ਹਾਂ। ਅੱਗੇ ਉਹ ਰਿਵਾਜ਼ ਚੱਲਦਾ ਸੀ ਚਾਦਰ ਚੜ੍ਹਾ ਕੇ ਲੈ ਗਏ। ਤੇ ਕਹਿੰਦੇ ਹਨ ਜਿਸ ਵੇਲੇ ਉਹ ਬੱਚੀ ਘਰ ਗਈ, ਜਦੋਂ ਦੁੱਖ ਹੁੰਦੇ ਨਾ ਇਕੱਠੇ ਹੀ ਸਾਰਾ ਕੁਝ ਇਕੱਠੇ ਹੀ ਹੁੰਦਾ। ਉਹਨੇ ਜਾ ਕੇ ਦੇਖਿਆ ਤੇ ਉਹ ਸ਼ਿਬੂ ਮੱਲ ਜਿਹੜਾ ਸ਼ਾਹੂਕਾਰ ਸੀ ਪਹਿਲਾਂ ਹੀ ਵਿਆਹਿਆ ਹੋਇਆ ਸੀ, ਉਹਦੇ ਬੱਚੇ ਵੀ ਸਨ। ਬੜੀ ਮਨ ਦੇ ਵਿੱਚ ਸੱਟ ਲੱਗੀ। ਇੱਕ ਸੱਟ ਪਹਿਲਾਂ ਲੱਗੀ, ਪਤੀ ਮਰ ਗਿਆ, ਤੇ ਹੁਣ ਦੂਸਰੀ ਸੱਟ ਲੱਗ ਗਈ। ਉਹਨੇ ਫਿਰ ਕਿਹਾ ਵੀ ਚਲੋ ਹੁਣ ਕਿਤੇ ਤਾਂ ਟਿਕਾਉਣਾ ਮਿਲਣਾ, ਮਾਂ ਬਾਪ ਵੀ ਚੜ੍ਹਾਈ ਕਰ ਗਏ ਸਨ, ਕਿਤੇ ਤਾਂ ਹੁਣ ਟਿਕਾਣਾ ਲੈਣਾ ਪੈਣਾ। ਹੁਣ ਇਹ ਤਾਂ ਸੱਟ ਉਹਨੇ ਬਰਦਾਸ਼ਤ ਕਰ ਲਈ, ਦੂਸਰੀ ਵੀ ਕਰ ਲਈ। ਹੁਣ ਉਸਨੇ ਸ਼ਰਤਾਂ ਰੱਖੀਆਂ। ਉਹ ਕਹਿਣ ਲੱਗਾ ਪਹਿਲੀ ਸ਼ਰਤ ਇਹ ਹੈ ਕਿ ਜਦੋਂ ਮੈਂ ਸਮਾਜ ਵਿੱਚ ਜਾਣਾ ਤੂੰ ਮੇਰੇ ਨਾਲ ਨਹੀਂ ਜਾਏਗੀ, ਮੇਰੀ ਪਤਨੀ ਮੇਰੇ ਨਾਲ ਜਾਏ। ਉਹਨੇ ਹੱਥ ਜੋੜ ਕੇ ਇਹ ਵੀ ਮਨਜ਼ੂਰ ਕਰ ਲਿਆ। ਫਿਰ ਆਖਿਆ ਕਿ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਜੇ ਬੱਚਾ ਹੋ ਗਿਆ ਤੇ ਉਹਨੂੰ ਮਾਰ ਦਿੱਤਾ ਜਾਏਗਾ। ਇਹ ਵੀ ਸ਼ਰਤ। ਉਹਨੇ ਆਖਿਆ ਵੀ ਚਲੋ ਹੁਣ ਕੀ ਕਰ ਸਕਦੀ ਸੀ, ਨਾ ਉਹਦੇ ਸਾਹਮਣੇ ਬੋਲ ਸਕਦੀ ਸੀ। ਔਰ ਜਿੰਨੀ ਮੇਰੀ ਸਮੁੱਚੀ ਜ਼ਮੀਨ ਜਾਇਦਾਦ ਹੈ ਇਹਦੀ ਮਾਲਕ ਮੇਰੀ ਪਤਨੀ ਮੇਰੇ ਬੱਚੇ ਹੋਣਗੇ, ਤੇਰਾ ਕੋਈ ਹੱਕ ਨਹੀਂ ਹੋਏਗਾ। ਉਹਨੇ ਫਿਰ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਜੋ ਸਤਿਗੁਰੂ ਨੂੰ ਮਨਜ਼ੂਰ ਹੈ, ਜੋ ਤਦ ਭਾਵ ਹੈ ਸਾਈ ਭਲੀ ਕਾਰ, ਕਿ ਇਹ ਪ੍ਰਮਾਤਮਾ ਜਿੱਦਾਂ ਤੈਨੂੰ ਭਾਉਂਦਾ ਹੈ। ਤੇ ਕਹਿੰਦੇ ਹਨ ਉਹ ਸਮਾਂ ਪੈ ਕੇ ਉਹਦੇ ਘਰ ਇੱਕ ਬੱਚਾ ਪੈਦਾ ਹੋਇਆ, ਉਹਨੇ ਮਾਰ ਦਿੱਤਾ। ਦੂਸਰਾ ਬੱਚਾ, ਤੀਸਰਾ, ਚੌਥਾ, 4 ਬੱਚੇ ਉਹਨੇ ਮਾਰ ਦਿੱਤੇ। 5ਵਾਂ ਬੱਚਾ ਪੈਦਾ ਹੋਣ ਵਾਲਾ ਸੀ ਤੇ ਉਹਨੇ ਉਹਦੇ ਪੈਰ ਫੜ ਲਏ ਕਿ ਇੱਕ ਬੱਚਾ ਜਿੰਦਾ ਰਹਿਣ ਦੇ, ਮੈਨੂੰ ਵੀ ਸਹਾਰਾ ਚਾਹੀਦਾ ਹੈ। ਉਹਨੇ ਉਸੇ ਗੱਲ ਮੰਨ ਲਈ। ਉਸ ਬੱਚੇ ਦਾ ਨਾਮ ਰੱਖਿਆ ਗਿਆ ਰਾਮ ਜੀ ਦਾਸ। ਲਾਹੌਰ ਉਹ ਰਹਿੰਦੀ ਹੈ ਤੇ ਬੱਚਾ ਪੜ੍ਹਿਆ ਸੀ ਖੰਨੇ ਕੋਲ ਪਿੰਡ ਸੀ। ਤੇ ਕਹਿੰਦੇ ਹਨ ਕਾਫੀ ਬਿਮਾਰ ਹੋ ਗਈ, ਬਹੁਤ ਬਿਮਾਰ ਹੋ ਗਈ। ਆਪਣੇ ਪੁੱਤਰ ਨੂੰ ਉੱਥੇ ਬੁਲਾਇਆ, ਲਾਹੌਰ ਬੁਲਾਇਆ। ਤੇ ਜਿਸ ਵੇਲੇ ਉਹਦਾ ਪੁੱਤਰ ਉਹਦੇ ਕੋਲ ਚਲਾ ਗਿਆ ਤੇ ਉਹਨੇ ਆਖਿਆ ਮਾਂ ਮੈਂ ਤੇਰੀ ਹਾਲਤ ਦੇਖੀ ਨਹੀਂ ਜਾਂਦੀ, ਬਿਮਾਰ ਸੀ। ਉਹਨੇ ਰੋਟੀ ਪ੍ਰਸ਼ਾਦਾ ਬਣਾ ਕੇ ਦਿੱਤਾ, ਥਾਲੀ ਦਿੱਤੀ। ਉਹਦੇ ਕੋਲ ਰੋਟੀ ਨਹੀਂ ਖਾ ਹੋਈ। ਕਹਿਣ ਲੱਗੀ ਕਿਉਂ ਨਹੀਂ ਖਾ ਰਿਹਾ? ਕਹਿਣ ਲੱਗਾ ਮਾਂ ਇਹ ਰੋਟੀ ਨਹੀਂ, ਤੇਰਾ ਖੂਨ ਹੈ। ਤੂੰ ਮਿਹਨਤ ਕਰ ਰਹੀ ਆ,
मेरे को नहीं देखा जाता। कहते किसी भी तरह वो डॉक्टर के कोल लैके उन्हें आखे भी टीवी की बीमारी है और आखिरी स्टेज ते टीवी पहुँच गया। हुण वो पति ने भी बीमार सी, उन्हें भी कढ़ दिता घरों, तो पुत्र नूं कहंदी भी हुण अपना की सहारा है। हुण ठोकरां ही ठोकरां, सारी जिंदगी ठोकरां खादियां हन। वो कहन लगा फिक्र ना कर, मैनू एक घर पता है जिथे ठोकरां खाण वालियां नूं जगह मिलती है। वो कहन लगे किहड़ा घर है? उस धन गुरु रामदास जी का घर है श्री अंमृतसर साहब। वो घर है, उत्थे आपां चलदे हैं। अपनी मां नूं लैके श्री अंमृतसर साहब आ गया। कहते हुण बीमारी सी ते खंघ बहुत ज़्यादा हो रही सी, तो उन्हें आख्या मैं डॉक्टर नूं बुला के लियाउणा। कहन लगी मेरियां गल्लां सुण ला, डॉक्टर नूं तू रहण दे, हुण मेरे आखिरी सवास निकलण वाले आ, ते मेरियां गल्लां करके मेरे नाल नफरत ना करी, उहदे उपर गौर करी। कहन लगा मां दस, मैं तेरी कोई गल की नफरत नहीं करांगा, कोई गल का गुस्सा नहीं करांगा। कहन लगी अपनी पूरी गल दसी उन्हें कि बेटा मैं ब्याह कोई अपनी वासना पूर्ति वास्ते नहीं कीता सी, मजबूरी वास्ते कीता सी। जिहड़ा मैं ब्याह कीता छज्जू मल दे नाल, ये मैं सिर्फ मजबूरी करके कीता है। ते मैं बहुत वड्डी गुनाहगार हाँ कि जो अपने बच्चों नूं मैं मरवाया है। पछतावा जिहड़ा हुंदा, मैं अपने बच्चों नूं मरवाया है। पर एक पछतावा होर है, मैं तेरे वास्ते कुछ भी नहीं कर सकी, अब तेरे वास्ते कुछ नहीं बना सकी, मैं तेनू सड़क के किनारे छड्ड के जा रही। उस बच्चे ने कहा सी मां तू मजबूरी नाल ब्याह कराया सी, मैं ब्याह कराउणा ही नहीं है। तू मजबूरी ना कराया सी, मैं ब्याह कराउणा ही नहीं है। तू बच्चे ਉਹਦੇ ਕਹਿਣ ਤੇ ਮਾਰੇ ਸੀ ना, कोई गल नहीं है, मैं बच्चों नूं रख के पालांगा, मैं अपना घर नहीं बनावांगा, मैं एडा वड्डा घर बनावांगा दुनिया दे विच दुनिया देखेगी। वो शख्सियत सी भगत पूरन सिंह जी, भगत पूरन सिंह दी मां सी वो, ते एडा वड्डा वो जीवन देगी। ते भगत पूरन सिंह सारे आप जी इतिहास नूं जाणदे हो, भगत पूरन सिंह किन्नी मेहनत कीती आ, संसार दे विच लोकां नूं दस दिता भाई किदां सड़कां दे किनारे रह के अज पिंगलवाड़ा जिहड़ा है दुनिया दे विच लोकी जाणदे आ। बहुत वड्डी सेवा जिहड़ी आ। हुण ठीक आ अंग्रेज़ां दे कोल पैसा सी, मदर टेरेसा नूं उन्हां ने मशहूर कर दिता, पर ਉਹਦੇ वर्गा भगत पूरन सिंह वर्गा कोई नहीं होया। मैं तो कई वेले बेनती करदा श्री अंमृतसर साहब जाओ, जिन्हां बंदियां नूं अपने धन दौलत का हंकार है, जिन्हां नूं अपनी जमीन जायदाद का हंकार, एक बार पिंगलवाड़े जरूर देख के आओ किद्दां सेवा हुंदी है, किद्दां दे मरीज उत्थे हन, कोई पागल हन, कोई दूसरे हन, किद्दां दा जीवन होएगा, किन्ना पवित्र जीवन होएगा भगत पूरन सिंह दा। उस पिंगलवाड़े दे विच जवान बच्चियां भी आउंदियां सन, बीमार बच्चियां भी आउंदियां सी, किते नहीं मन डोलिया, क्योंकि इन्ना भरोसा अकाल पुरख दे, किन्नी पवित्र आत्मा होएगी भगत पूरन सिंह दी, और कौम के प्रति दर्द रखने वाला भगत पूरन सिंह। तो सतगुरु महाराज कहते भाई उही पवित्र होए आ उन्होंने जिन्हों ने सतगुरु महाराज की बख्शिश नूं प्राप्त किया है। साहब कहते पवित सुनते पवित से पवित जिनी मन वसाया, जिन्हों ने वो बचनों नूं अपने मन दे विच वसाउणा कीता है ते अपने हिरदे दे विच उन्हां नूं वसा लिया है। ते साहब जी महाराज कहते कहे नानक से पवित जिनी गुरमुख हर हर ध्याया, जिन्हों ने गुरु की शरण विच आके अकाल पुरख परमेश्वर नूं ध्याना कीता। सतगुरु तो रोज़ कह रहे हैं सुनते पुनीत कहते पवित सतगुर रहा भर पूरे। उन्हां दे अंदर परमात्मा भरपूर है, उन्होंने अंदर परमात्मा की बख्शिश हो जाती है, पवित्र जीवन वाले बन जाते हैं। कोई दुनिया के विच साबण नहीं बनया, कोई ऐसा तीर्थ नहीं है जिहड़े साडा हिरदा पवित्र कर सके, वो है सतगुरु का नाम जिहड़ा है। गुरु साहब कहते मन धोवो शब्द लागो हरस्यों रहो चित लाए। तो वो मन धोना है, पवित्र करना, अपने जीवन को पवित्र करना, तो इक्को एक सतगुरु महाराज की बाणी है, सतगुरु का नाम है। तो जिहड़े नाम के नाल जुड़ जाते हैं वो हमेशा वास्ते
ਪਵਿੱਤਰ ਜੀਵਨ ਬਣ ਜਾ। ਆਪਾਂ ਕਹਿੰਦੇ ਯਾਰ ਜਿਸ ਵੇਲੇ ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹਦੇ ਸੁਣਦੇ ਆ ਵੀ ਪਵਿੱਤਰ ਜੀਵਨ ਵਾਲੇ ਸਨ। ਬਹੁਤ ਇਹੀ ਚੀਜ਼ਾਂ ਲਿਖਦੇ ਆ ਇਤਿਹਾਸਕਾਰ। ਪਵਿੱਤਰ ਜੀਵਨ ਇਹੀ ਆ ਕਿ ਅੰਦਰ ਵਿਕਾਰਾਂ ਦੀ ਮੈਲ ਕੋਈ ਨਹੀਂ ਹੈ, ਅੰਦਰ ਮਨ ਦੇ ਵਿੱਚ ਮੈਲ ਕੋਈ ਨਹੀਂ ਹੈ, ਅੰਦਰੋਂ ਬਾਹਰੋਂ ਇੱਕ ਹਨ। ਜਦੋਂ ਅੱਗੇ ਆਪਾਂ ਪੜ੍ਹਾਂਗੇ ਜੀਓ ਨਿਰਮਲ ਬਾਹਰੋਂ ਨਿਰਮਲ, ਅੰਦਰ ਵੀ ਪਵਿੱਤਰਤਾ ਹੈ, ਬਾਹਰ ਵੀ ਪਵਿੱਤਰਤਾ ਹੈ। ਦਰਸ਼ਨ ਗੁਰੂ ਸਾਹਿਬ ਮਹਾਰਾਜ ਦੇ ਤੇ ਉਹ ਜਿਹੜੀਆਂ ਚੀਜ਼ਾਂ ਸਤਿਗੁਰੂ ਮਹਾਰਾਜ ਨੇ ਸਾਨੂੰ ਜੀਵਨ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਜਿਸ ਵੇਲੇ ਅਸੀਂ ਇਹ ਸਾਧਨਾ ਕਰਨੀ ਸ਼ੁਰੂ ਕਰਾਂਗੇ ਕਿ ਅਸੀਂ ਆਪਣੇ ਅੰਦਰ ਨੂੰ ਸੋਧਣ ਦਾ ਯਤਨ ਕਰਨਾ। ਜਿੱਦਣ ਅੰਦਰ ਨੂੰ ਪਵਿੱਤਰ ਕਰ ਲਿਆ, ਅੰਦਰ ਉਹ ਟਿਕੇਗਾ ਵੀ ਉੱਥੇ, ਪਰਮਾਤਮਾ ਦਾ ਨਾਮ ਵੀ ਉੱਥੇ ਟਿਕੇਗਾ। ਅਸੀਂ ਘਰ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ, ਜੇ ਕੋਈ ਵੀ ਧਾਰਮਿਕ ਚੀਜ਼ ਹੁੰਦੀ ਹੈ, ਭਾਵੇਂ ਗੁਰਬਾਣੀ ਕਾਗਜ਼ 'ਤੇ ਵੀ ਲਿਖੀ ਹੈ, ਅਸੀਂ ਉਹਨੂੰ ਬੜੀ ਪਵਿੱਤਰ ਜਗ੍ਹਾ 'ਤੇ ਰੱਖਦੇ ਹਾਂ। ਨਹੀਂ ਭਾਈ, ਇਹਨੂੰ ਪਵਿੱਤਰ ਜਗ੍ਹਾ 'ਤੇ ਰੱਖਣਾ ਹੈ, ਇਹਨੂੰ ਹੱਥ ਗੰਦੇ ਨਹੀਂ ਲਾਉਣੇ। ਪਵਿੱਤਰ ਜਗ੍ਹਾ 'ਤੇ ਕੋਈ ਪੋਥੀ ਹੈ, ਕੋਈ ਗੁਟਕਾ ਸਾਹਿਬ ਹੈ, ਕੋਈ ਕਾਗਜ਼ ਹੈ, ਪਰ ਇਹ ਕਦੇ ਸੋਚਿਆ ਨਹੀਂ ਹੈ ਵੀ ਜਿੱਥੇ ਪ੍ਰਮਾਤਮਾ ਨੇ ਬੈਠਣਾ ਤੇ ਉਹ ਤਾਂ ਬਹੁਤ ਗੰਦਾ ਹੈ, ਉਹ ਬਹੁਤ ਗੰਦਾ ਹੈ। ਤੇ ਉਹਦੇ ਵਾਸਤੇ ਫਿਰ ਕੀ ਕਰਨਾ ਹੈ? ਤੇ ਉਹ ਸਤਿਗੁਰੂ ਮਹਾਰਾਜ ਕਹਿ ਰਹੇ, ਭਾਈ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤੇ ਆਇਆ। ਜਿਨ੍ਹਾਂ ਨੇ ਨਾਮ ਧਿਆਉਣਾ ਕੀਤਾ, ਪਰਮੇਸ਼ਰ ਦਾ ਨਾਮ ਤੇ ਆਇਆ ਹੈ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।